ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। इस एपिसोड का ये सेगमेंट तुहाडे तक पहुंचा रहे ने फ्लैट रेट डिस्पैचिंग सर्विसेज इनकॉर्पोरेटेड, पावर्ड बाय 25 years of combined trucking experience। बेस्ट लेन्स ते लो बेस्ट रेट्स ते सानू मैनेज करन दिओ तुहाडी सारी डिस्पैच, ओ भी सिर्फ 5% ते। सानू 5597101212 ते कॉल करो और विजिट www.flatratedispatching.com। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦੇ ਬੈਨਰ ਥੱਲੇ ਇੱਕ ਹੋਰ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਜਿਵੇਂ ਕਿ ਪਹਿਲੇ ਐਪੀਸੋਡਸ ਦੇ ਵਿੱਚ ਆਪਾਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਹੋਰ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਨਾਲ ਜਿਹੜੇ ਟੌਪਿਕ ਹੋਣਗੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਕਰਿਆ ਕਰਾਂਗੇ, ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਜਾਣਕਾਰੀ ਜਿਹੜੀ ਲਿਆ ਕਰਾਂਗੇ ਜਿਹੜੇ ਇੰਡਸਟਰੀ ਐਕਸਪਰਟਸ ਹੈਗੇ ਆ ਉਹਨਾਂ ਦੇ ਕੋਲੋਂ। ਸੋ ਇਸੇ ਹੀ ਕੜੀ ਦੇ ਵਿੱਚ ਇਸੇ ਹੀ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹੋਏ, ਜਿੱਦਾਂ ਕਿ ਆਪਾਂ ਪਿਛਲੇ ਕੁਛ ਐਪੀਸੋਡਸ ਦੇ ਵਿੱਚ ਗੱਲ ਕੀਤੀ ਸੀ ਲਾਈਫ ਇੰਸ਼ੋਰੈਂਸ ਬਾਰੇ, ਅਤੇ ਅੱਜ ਆਪਾਂ ਗੱਲ ਕਰਾਂਗੇ ਵਿਲ ਬਾਰੇ, ਵਸੀਅਤ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ, ਉਹਦੇ ਬਾਰੇ 'ਤੇ ਗੱਲ ਕਰਾਂਗੇ ਕਿ ਵਸੀਅਤ ਜਿਹੜੀ ਆ ਉਹ ਕਿਉਂ ਜ਼ਰੂਰੀ ਹੈਗੀ ਆ, ਵਸੀਅਤ ਤੋਂ ਬਿਨਾਂ ਕੀ ਨੁਕਸਾਨ ਹੋ ਸਕਦੇ ਆ, ਵਸੀਅਤ ਦੇ ਨਾਲ ਕੀ ਫਾਇਦੇ ਹੋ ਸਕਦੇ ਆ, ਅਤੇ ਨਾਲ ਦੇ ਨਾਲ ਹੀ ਜਿਹੜੀ ਇਹਦੇ ਕਰਨ ਦਾ ਜਿਹੜਾ ਤਰੀਕਾ ਹੈਗਾ ਜਾਂ ਇਹ ਕਿੰਨੀ ਕੁ ਔਖੀ ਆ, ਕਿੰਨੀ ਕੁ ਸੌਖੀ ਆ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਹਨਾਂ ਸਾਰਿਆਂ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਵਾਸਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਜੋਤੀ ਢਿੱਲੋਂ ਫਰੋਮ ਵੇਵ ਫਾਈਨੈਂਸ਼ੀਅਲ ਜਿਹੜੇ ਆ ਮੁੜ ਤੋਂ ਹਾਜ਼ਰ ਨੇ। ਅਤੇ ਸਤਿ ਸ਼੍ਰੀ ਅਕਾਲ ਜੋਤੀ। ਹਾਂਜੀ, ਸਤਿ ਸ਼੍ਰੀ ਅਕਾਲ ਰਮਨ ਭਾਜੀ। ਅਤੇ ਜੀ ਆਪਾਂ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ ਲਾਈਫ ਇੰਸ਼ੋਰੈਂਸ ਦੀ, ਲਾਈਫ ਇੰਸ਼ੋਰੈਂਸ 'ਤੇ ਬਹੁਤ ਜ਼ਿਆਦਾ ਜ਼ੋਰ ਪਾਇਆ ਜਾਂਦਾ ਕਿ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ, ਅਤੇ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਮਨੀ, ਪ੍ਰੋਪਰਟੀ, ਐਵਰੀਥਿੰਗ ਸਾਰਾ ਕੁਛ ਹੋਣਾ ਚਾਹੀਦਾ ਬੰਦੇ ਕੋਲ। ਪਰ ਜ਼ਰੂਰੀ ਆ ਕਿ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਇਹ ਬੰਦੇ ਦੇ ਜਾਣ ਤੋਂ ਬਾਅਦ ਪ੍ਰੋਪਰਲੀ ਮੈਨੇਜ ਕੀਤੀਆਂ ਜਾ ਸਕਣ। ਉਹਨਾਂ ਦੇ ਜਿਹੜੇ ਲਿਵਿੰਗ ਫੈਮਿਲੀ ਹੈਗੀ ਆ, ਜਿਹੜੇ ਉਹਨਾਂ ਦੇ ਬੈਨੀਫਿਸ਼ਰੀਜ਼ ਆ, ਜਿਹੜੇ ਉਹਨਾਂ ਦੇ ਪਿੱਛੇ ਰਹਿ ਜਾਂਦੇ ਲਵਡ ਵਨਸ ਆ, ਉਹਨਾਂ ਦੇ ਵੱਲੋਂ ਉਹਨਾਂ ਦੀ ਜਿਹੜੀ ਪ੍ਰੋਪਰਟੀ ਕਹਿ ਲਓ, ਚਾਹੇ ਉਹਨਾਂ ਦੇ ਪ੍ਰੋਸੀਡਸ ਕਹਿ ਲਓ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਵਰਤਣਾ, ਇੱਛਾ ਮੁਤਾਬਕ ਯੂਜ਼ ਕਰਨਾ, ਉਹ ਜਿਹੜੀ ਚੀਜ਼ ਆ ਉਹ ਬਹੁਤ ਜ਼ਰੂਰੀ ਬਣ ਜਾਂਦੀ ਆ। ਅਤੇ ਇੱਥੇ ਇੱਕ ਆਪਾਂ ਜਿਹੜੀ ਵਿਲ ਹੈਗੀ ਆ, ਜਿਹੜੀ ਵਸੀਅਤ ਆ, ਜਿਹੜੀ ਆਪਣੀ ਪੰਜਾਬੀ ਦੇ ਵਿੱਚ ਬਹੁਤ ਜ਼ੋਰ ਸ਼ੋਰ ਨਾਲ ਇਹਦੇ ਬਾਰੇ 'ਚ ਗੱਲ ਹੁੰਦੀ ਸੀਗੀ ਜਦੋਂ ਆਪਾਂ ਪੰਜਾਬ 'ਚ ਹੁੰਦੇ ਸੀਗੇ। ਮੇਰੇ ਖਿਆਲ ਆਪਾਂ ਬਹੁਤ ਮੂਵੀਜ਼ ਦੇ ਵਿੱਚ ਦੇਖਿਆ ਕਿ ਜਦੋਂ ਕੋਈ ਉੱਥੇ ਕਿਸੇ ਡੈਥ ਹੁੰਦੀ ਸੀ ਬਜ਼ੁਰਗ ਦੀ, ਤਾਂ ਕਹਿੰਦੇ ਵਸੀਅਤ ਖੋਲ੍ਹੋ ਜੀ। ਹਾਂਜੀ। ਸੋ ਵਸੀਅਤ ਖੋਲ੍ਹੀ ਜਾਂਦੀ ਸੀ, ਉਹਦੇ ਮੁਤਾਬਕ ਸਾਰਾ ਕੁਛ ਹੁੰਦਾ ਸੀ। ਉਹ ਪੁਰਾਣੀਆਂ ਗੱਲਾਂ ਜਿਹੜੀਆਂ ਸੀ ਉਹ ਜ਼ਰੂਰੀ ਹੁੰਦੀਆਂ ਸੀ, ਲੇਕਿਨ ਅੱਜ ਆਪਾਂ ਸ਼ਾਇਦ ਭੁੱਲ ਗਏ ਹਾਂ। ਸੋ ਤੁਸੀਂ ਅੱਜ ਇੱਥੋਂ ਸ਼ੁਰੂ ਕਰੋ ਕਿ ਵਿਲ ਹੁੰਦੀ ਕੀ ਆ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਰਮਨ ਭਾਜੀ ਕਿ ਪਿਛਲੀ ਵਾਰ ਜਿੱਦਾਂ ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀਗੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਸਾ ਕਿੱਦਾਂ ਕਮਾਉਣਾ ਹੈ, ਪਰ ਪੈਸੇ ਨੂੰ ਮੈਨੇਜ ਕਿੱਦਾਂ ਕਰਨਾ ਉਹ ਇੱਕ ਹੋਰ ਡਿਫਰੈਂਟ ਕੁਐਸਚਨ ਆ। ਸੇਮ ਤਰੀਕੇ ਨਾਲ ਹੁਣ ਆਪਾਂ ਸਾਰੇ ਪ੍ਰੋਪਰਟੀਜ਼ ਬਣਾਉਂਦੇ ਆ, ਐਸੈਟਸ ਬਣਾਉਂਦੇ ਆ, ਪਰ ਉਹਨਾਂ ਨੂੰ ਪ੍ਰੋਟੈਕਟਡ ਕਿੱਦਾਂ ਰੱਖਣਾ ਆ, ਉਹਨਾਂ ਨੂੰ ਮੈਨੇਜ ਕਿੱਦਾਂ ਕਰਨਾ ਆ, ਉਹ ਇੱਕ ਹੋਰ ਡਿਫਰੈਂਟ ਕੁਐਸਚਨ ਆ। ਸੋ ਵਿਲ ਕੀ ਹੁੰਦੀ ਹੈ ਕਿ ਵਿਲ ਇੱਕ ਲੀਗਲ ਡਾਕੂਮੈਂਟ ਆ ਜਿਹਦੇ ਵਿੱਚ ਸਾਰਾ ਕੁਛ ਸਪੈਲ ਆਊਟ ਹੁੰਦਾ ਆ ਤੁਹਾਡੀ ਵਿਸ਼ ਦੇ ਹਿਸਾਬ ਨਾਲ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਪ੍ਰੋਪਰਟੀ ਕਿਹਨੂੰ ਡਿਸਟਰੀਬਿਊਟ ਹੋਣੀ ਆ, ਕਿੱਦਾਂ ਡਿਸਟਰੀਬਿਊਟ ਹੋਣੀ ਆ, ਭਾਵੇਂ ਉਹ ਤੁਹਾਡੇ ਐਸੈਟਸ ਨੇ, ਤੁਹਾਡੇ ਬਿਜ਼ਨਸ ਨੇ, ਤੁਹਾਡੇ ਜੋ ਵੀ ਤੁਸੀਂ ਹਾਰਡ ਵਰਕ ਕਰਕੇ ਬਣਾਇਆ ਆ ਉਹਨੂੰ ਡਿਸਟਰੀਬਿਊਟ ਕਿੱਦਾਂ ਹੋਣਾ ਆ ਤੁਹਾਡੇ ਲਵਡ ਵਨਸ ਨੂੰ, ਉਹ ਉਸ ਲੀਗਲ ਡਾਕੂਮੈਂਟ ਦੇ ਵਿੱਚ ਸਪੈਲ ਆਊਟ ਹੁੰਦਾ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਜਿਹੜਾ ਲਿਵਿੰਗ ਇਨਸਾਨ ਹੈਗਾ ਆ ਉਹ ਆਪਣਾ ਇੱਕ ਤਰੀਕੇ ਦੇ ਨਾਲ ਉਹ ਸਾਰਾ ਕੁਛ ਸੈੱਟ ਕਰਦਾ ਕਿ ਉਹਦੇ ਮਰਨ ਤੋਂ ਬਾਅਦ, ਉਹਦੇ ਪੂਰੇ ਹੋ ਜਾਣ ਤੋਂ ਬਾਅਦ ਉਹਦੀ ਜਿਹੜੀ ਪ੍ਰੋਪਰਟੀ, ਉਹਦੀ ਮਨੀ, ਉਹਦਾ ਸਾਰਾ ਕੁਛ ਜਿਹੜਾ ਆ ਉਹ ਕਿਵੇਂ ਉਹ ਤਕਸੀਮ ਹੋਣਾ ਹੈ, ਕਿਵੇਂ ਉਹ ਡਿਵਾਈਡ ਕਰਨਾ ਆ ਅਮੰਗ ਉਹਦੀ ਵਾਈਫ ਕਹਿ ਲਓ, ਬੱਚੇ ਕਹਿ ਲਓ, ਪੇਰੈਂਟਸ ਕਹਿ ਲਓ, ਕੋਈ ਵੀ ਕਹਿ ਲਓ, ਕਿਸ ਤਰ੍ਹਾਂ ਉਹ ਡਿਸਟਰੀਬਿਊਟ ਹੋਣਾ ਆ। ਇਹਦੇ ਵਿੱਚ ਨਾ ਕਿ ਪ੍ਰੋਪਰਟੀਜ਼, ਨਾ ਕਿ ਬੈਂਕ ਅਕਾਊਂਟ, ਹਰ ਚੀਜ਼ ਇਹਦੇ ਵਿੱਚ ਤੁਸੀਂ ਸ਼ਾਮਲ ਕਰ ਸਕਦੇ ਆ, ਜਿੱਥੇ ਲੈ ਕੇ ਹੋਗੀ ਜਿਹੜੇ ਇੰਸ਼ੋਰੈਂਸ ਪ੍ਰੋਸੀਡਸ ਹੈਗੇ ਆ ਉਹ ਸਾਰਾ ਕੁਛ। ਅਤੇ ਇਹਦੇ ਨਾਲ ਦੇ ਨਾਲ ਵਿਲ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਦੱਸੀਆਂ ਜਾ ਸਕਦੀਆਂ ਕਿ ਮੇਰੇ ਜਿਹੜੀਆਂ ਉਹ ਇੱਕ ਕਹਿੰਦੇ ਨੇ ਇੱਛਾ ਆ ਕਿ ਆਹ ਚੀਜ਼ ਕਰਨੀ ਚਾਹੀਦੀ ਹੈ ਜਾਂ ਆਹ ਚੀਜ਼ ਕਰਨੀ ਚਾਹੀਦੀ, ਉਹ ਵੀ ਲਿਖ ਸਕਦੇ ਹਾਂ। ਹਾਂਜੀ। ਸੋ ਵਿਲ ਦਾ ਮਤਲਬ ਹੀ ਇਹੀ ਹੁੰਦਾ ਆ ਕਿ
ਜਿੱਦਾਂ ਹੁਣ ਫੈਮਿਲੀ ਦੇ ਵਿੱਚ ਇੰਸਟੈਡ ਆਫ ਬਈ ਇਹ ਸਟ੍ਰੈਸ ਹੋਵੇ ਬਈ ਕਿਹੜਾ ਐਸਟ ਕਿਹਨੂੰ ਜਾਣਾ ਜਾਂ ਕਿੱਦਾਂ ਜਾਣਾ ਜਾਂ ਕਿਹੜੀ ਚੀਜ਼ ਕਿੱਥੇ ਆ, ਉਹ ਉਸ ਡਾਕੂਮੈਂਟ ਦੇ ਵਿੱਚ ਆਲਰੇਡੀ ਲਾਈਨਡ ਆਊਟ ਕੀਤਾ ਹੁੰਦਾ ਆ। ਸੋ ਹੁਣ ਜੇ ਆਪਣੇ ਕੋਲ ਪ੍ਰੋਪਰ ਵਿਲ ਨਹੀਂ ਹੈਗੀ ਜੀ, ਤੇ ਫਿਰ ਇਹਦਾ ਇਹ ਹੁੰਦਾ ਕਿ ਇੰਸਟੈਡ ਆਫ ਫੈਮਿਲੀ ਆਪਣਾ ਗਰੀਫ ਇੱਕ ਇਮੋਸ਼ਨਲ ਸਟ੍ਰੈਸ ਹੁੰਦੀ ਆ ਫੈਮਿਲੀ ਦੇ ਉੱਪਰ। ਸੋ ਉੱਥੇ ਆ ਕੇ ਹੁਣ ਫੈਮਿਲੀ ਉਹ ਇਮੋਸ਼ਨਲ ਸਟ੍ਰੈਸ ਨੂੰ ਹੈਂਡਲ ਕਰੇ ਜਾਂ ਫਿਰ ਇਹ ਪਤਾ ਕਰੇ ਵੀ ਕਿਹੜਾ ਐਸਟ ਕਿੱਥੇ ਆ, ਕਿਹਦੇ ਨਾਂ 'ਤੇ ਆ, ਕਿਹੜੀ ਪ੍ਰਾਪਰਟੀ ਕਿੱਥੇ ਆ, ਉਹਨੂੰ ਕਿੱਦਾਂ ਡਿਸਟਰੀਬਿਊਟ ਕਰਨਾ ਆ। ਬਿਲਕੁਲ ਇਹੋ ਹੀ ਮੇਰਾ ਐਕਚੁਅਲੀ ਨੈਕਸਟ ਕੁਐਸਚਨ ਹੀ ਇਹੋ ਸੀਗਾ ਕਿ ਜੇ ਕਿਸੇ ਕੋਲ ਪ੍ਰੋਪਰ ਵਿਲ ਨਹੀਂ ਹੈਗੀ, ਜੇ ਕਿਸੇ ਕੋਲ ਪ੍ਰੋਪਰ ਢੰਗ ਦੇ ਨਾਲ ਵਿਲ ਨਹੀਂ ਹੈਗੀ ਜਾਂ ਆਊਟਡੇਟਡ ਵਿਲ ਹੈਗੀ ਆ, ਉਹ ਵਿਲ ਹੈਗੀ ਆ ਕਿਸੇ ਕੋਲ ਲੇਕਿਨ ਉਹ ਆਊਟਡੇਟਡ ਆ, ਉਸ ਤੋਂ ਬਾਅਦ 'ਚ ਹੋ ਸਕਦਾ ਫੈਮਿਲੀ ਦੇ 'ਚ ਐਡੀਸ਼ਨ ਹੋ ਗਈ ਆ, ਫੈਮਿਲੀ ਵੱਧ ਗਈ ਆ, ਵੱਡੀ ਹੋ ਗਈ, ਛੋਟੀ ਹੋ ਗਈ, ਕੁਛ ਹੋ ਗਿਆ। ਸੋ ਜਾਂ ਪ੍ਰੋਪਰ ਵਿਲ ਨਹੀਂ ਹੈਗੀ ਜਾਂ ਅਪਡੇਟਡ ਵਿਲ ਨਹੀਂ ਹੈਗੀ, ਤੇ ਉਹਦੇ ਕੀ ਕੌਨਸੀਕੁਐਂਸਸ ਹੋ ਸਕਦੇ, ਕੀ ਨੁਕਸਾਨ ਹੋ ਸਕਦੇ? ਹਾਂਜੀ, ਐਕਚੁਅਲੀ ਤੁਸੀਂ ਬਹੁਤ ਹੀ ਵਧੀਆ ਜਿੱਦਾਂ ਵਰਡ ਯੂਜ਼ ਕੀਤਾ ਆਊਟਡੇਟਡ ਵਿੱਚ। ਸੋ ਕਈ ਵਾਰ ਇੱਦਾਂ ਹੁੰਦਾ ਹੈ ਕਿ ਕਈਆਂ ਨੇ ਵਿਲ ਬਣਾਈ ਹੋਈ ਆ ਜਿਹੜੀ ਕਿ 10 ਸਾਲ ਪਹਿਲਾਂ ਬਣੀ ਸੀ ਜਾਂ 15 ਸਾਲ ਪਹਿਲਾਂ ਬਣੀ ਸੀਗੀ। ਸੋ ਆਪਾਂ ਇਹ ਵੀ ਕਹਿੰਦੇ ਹੁੰਦੇ ਹਾਂ ਕਿ ਆਊਟਡੇਟਡ ਵਿਲ ਇਜ਼ ਐਜ਼ ਬੈਡ ਐਜ਼ ਨਾਟ ਹੈਵਿੰਗ ਅ ਵਿਲ, ਕਿਉਂਕਿ ਹੁਣ ਜਿਹੜਾ 10-15 ਸਾਲ ਪਹਿਲਾਂ ਆਪਣਾ ਜਿਹੜੀ ਸਿਚੁਏਸ਼ਨ ਸੀਗੀ, ਹੋ ਸਕਦਾ ਹੁਣ ਸੇਮ ਸਿਚੁਏਸ਼ਨ ਨਾ ਹੋਵੇ, ਹੋ ਸਕਦਾ ਹੁਣ ਆਪਣੇ ਕੋਲ ਮੋਰ ਐਸੈਟਸ ਹੋਣ ਜਾਂ ਫਿਰ ਫੈਮਿਲੀ ਦੇ ਵਿੱਚ ਹੋਰ ਐਡੀਸ਼ਨ ਹੋ ਗਈ ਹੋਵੇ। ਸੋ ਵਿਲ ਨੂੰ ਅਪਡੇਟ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਐਜ਼ ਸੂਨ ਐਜ਼ ਤੁਸੀਂ ਕੋਈ ਪ੍ਰਾਪਰਟੀ ਲੈਂਦੇ ਹੋ, ਐਜ਼ ਸੂਨ ਐਜ਼ ਘਰ ਦੇ ਵਿੱਚ ਕੋਈ ਐਡੀਸ਼ਨ ਆਉਂਦੀ ਹੈ ਜਾਂ ਫਿਰ ਐਜ਼ ਸੂਨ ਐਜ਼ ਕੋਈ ਪ੍ਰਾਪਰਟੀ ਤੁਸੀਂ ਸੈਲ ਕਰ ਦਿੰਦੇ ਹੋ, ਉਹਦੇ ਵਿੱਚੋਂ ਰਿਮੂਵ ਕਰਨਾ ਵੀ ਜ਼ਰੂਰੀ ਹੈ ਨਾ। ਸੋ ਪ੍ਰੋਪਰ ਵਿਲ ਜੇ ਆਪਣੇ ਕੋਲ ਨਹੀਂ ਹੈਗੀ, ਉੱਥੇ ਕੀ ਹੁੰਦਾ ਆ ਕਿ ਇਨ ਕੇਸ ਆਫ ਟ੍ਰੈਜਡੀ ਤੇ ਫਿਰ ਕੋਰਟ ਡਿਸਾਈਡ ਕਰਦੀ ਆ ਕਿ ਤੁਹਾਡੀਆਂ ਜਿਹੜੀਆਂ ਬਿਲੋਂਗਿੰਗਸ ਨੇ ਉਹ ਕਿੱਦਾਂ ਡਿਸਟਰੀਬਿਊਟ ਹੋਣੀਆਂ। ਸੋ ਕੋਰਟ ਨੇ ਤਾਂ ਆਪਣੇ ਸਟੈਂਡਰਡ ਵੇ ਕਰਨੀਆਂ ਨੇ ਅਤੇ ਆਪਣੇ ਟਾਈਮ ਲੈਣਾ ਆ, ਜਿੰਨਾ ਵੀ ਉਹ ਟਾਈਮ ਲੈ ਸਕਦੇ ਆ, ਹਨਾ। ਤੇ ਦੂਸਰਾ, ਜਦੋਂ ਉਹਨਾਂ ਨੇ ਡਿਸਟਰੀਬਿਊਟ ਕਰਨਾ ਹੈ, ਹੋ ਸਕਦਾ ਹੈ ਉਹ ਤੁਹਾਡੀ ਵਿਸ਼ ਨਾ ਰਹੀ ਹੋਵੇ, ਬਈ ਤੁਸੀਂ ਉਸ ਤਰੀਕੇ ਨਾਲ ਨਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਕੋਰਟ ਨੇ ਵਿਸ਼ ਕਰਨਾ। ਸੋ ਜੇ ਪ੍ਰੋਪਰ ਵਿਲ ਹੋਵੇ ਫਿਰ ਤੁਸੀਂ ਐਕਚੁਅਲੀ ਯੂ ਆਰ ਸਟੇਇੰਗ ਇਨ ਅ ਕੰਟਰੋਲ, ਬਈ ਜਿਹੜੀਆਂ ਤੁਹਾਡੀਆਂ ਬਿਲੋਂਗਿੰਗਸ ਨੇ ਤੁਹਾਡੇ ਵਿਸ਼ ਦੇ ਹਿਸਾਬ ਨਾਲ ਡਿਸਟਰੀਬਿਊਟ ਹੋਣਗੀਆਂ ਜਦੋਂ ਤੁਸੀਂ ਇਸ ਵਰਲਡ ਤੋਂ ਜਾਂਦੇ ਹੋ। ਜੀ ਬਿਲਕੁਲ, ਇਹ ਕਈ ਵਾਰੀ ਸੁਣਨ 'ਚ ਵੀ ਆਉਂਦਾ ਹੈ ਨਾ ਕਿ ਆਪਾਂ ਆਮ ਤੌਰ 'ਤੇ ਪਬਲਿਕ ਦੇ ਵਿੱਚ ਆਪਣੀ ਕਮਿਊਨਿਟੀ 'ਚ ਸੁਣਦੇ ਹਾਂ ਕਿ ਬੜੀ ਮਿਹਨਤ ਨਾਲ ਪੈਸਾ ਕਮਾਇਆ ਸੀ ਕਿਸੇ ਨੇ ਅਤੇ ਦੇਖੋ ਹੁਣ ਕਿੱਦਾਂ ਉਹ ਪੈਸਾ ਬਰਬਾਦ ਹੋ ਰਿਹਾ, ਕਿੱਦਾਂ ਜਾ ਰਿਹਾ। ਸੋ ਉਹ ਜਿਹੜੀ ਚੀਜ਼ ਆ ਉਹਨੂੰ ਤੁਸੀਂ ਬਹੁਤ ਕਹਿੰਦੇ ਆ ਮਜ਼ਬੂਤੀ ਨਾਲ ਠੱਲ ਪਾ ਸਕਦੇ ਆ, ਉਹਨੂੰ ਮਜ਼ਬੂਤੀ ਨਾਲ ਰੋਕ ਸਕਦੇ ਆ ਕਿ ਉਹ ਜਿਹੜੀ ਮਨੀ ਹੈਗੀ ਆ, ਉਹ ਜਿਹੜੀ ਐਸਟਸ ਹੈਗੇ ਆ, ਸਾਰੀ ਜਿਹੜੀ ਕਮਾਈ ਹੈਗੀ ਆ, ਉਹ ਕਿਸ ਪ੍ਰੋਪਰ ਢੰਗ ਦੇ ਨਾਲ ਯੂਜ਼ ਕੀਤੀ ਜਾਵੇ, ਕਿਸ ਪ੍ਰੋਪਰ ਢੰਗ ਦੇ ਨਾਲ ਉਹ ਵਰਤੀ ਜਾਵੇ। ਹੋਰ ਜਿਹੜੇ ਸਿੰਪਲ ਜੇ ਆਪਾਂ ਗੱਲਾਂ ਦੇ ਵਿੱਚ ਜੋਤੀ, ਕਿਉਂਕਿ ਇਹ ਬੜੀ ਵੱਡੀ ਗੱਲ ਆ ਕਿ ਮੁੱਦਾ ਵੀ ਬੜਾ ਸੈਂਸਿਟਿਵ ਹੈਗਾ ਅਤੇ ਇਹਦਾ ਏਰੀਆ ਵੀ ਬਹੁਤ ਵੱਡਾ ਹੈਗਾ। ਜੇ ਆਪਾਂ ਸਮਝਣ ਲਈ ਕਹੀਏ ਵੀ ਕੋਰਟ ਡਿਸਟਰੀਬਿਊਟ ਕਰਦੀ ਆ, ਕਈ ਵਾਰੀ ਬੰਦਾ ਕਹਿੰਦਾ ਵੀ ਹਾਂ ਮੇਰੇ ਕੋਲ ਲੱਖਾਂ ਦੀ ਜਾਇਦਾਦ, ਕਰੋੜਾਂ ਦੀ ਜਾਇਦਾਦ ਹੋਊਗੀ, ਫਿਰ ਕਿਤੇ ਇੱਦਾਂ ਦੀ ਗੱਲ ਹੋਊਗੀ ਕੋਰਟ। ਜੇ ਆਪਾਂ ਸਿੰਪਲ ਮੈਨੇਜ ਤੁਹਾਡੀ ਜਿਹੜੀ ਬੈਂਕਿੰਗ ਦੀ ਬੈਕਗਰਾਊਂਡ ਹੈਗੀ ਆ, ਉੱਥੋਂ ਜੇ ਤੁਸੀਂ ਕੋਈ ਐਗਜ਼ਾਮਪਲ, ਕੋਈ ਸਿਨੈਰੀਓ ਲੈ ਕੇ ਦੱਸੋ ਕਿ ਸਿੰਪਲ ਮੈਨਿਆਂ ਦੇ ਵਿੱਚ ਜਿਹੜਾ ਸਿੰਪਲੀ ਇੱਕ ਬੈਂਕ ਅਕਾਊਂਟ ਵੀ ਆ। ਦੇਖੋ ਮੁਸੀਬਤ ਦੇ ਮੌਕੇ 'ਤੇ ਕਈ ਲੱਖਾਂ ਕਰੋੜਾਂ ਨੂੰ ਛੱਡ ਕੇ ਕਈ ਵਾਰੀ ਹਜ਼ਾਰਾਂ ਦੇ ਵਿੱਚ ਵੀ ਜਿਹੜੇ ਪੈਸੇ ਆ ਉਹ ਵੀ ਬਹੁਤ ਇੰਪੋਰਟੈਂਟ ਹੋ ਨਿਬੜਦੇ ਆ। ਸੋ ਉਹ ਜਿਹੜੀ ਸਿੰਪਲ ਵਰਡਾਂ ਦੇ ਵਿੱਚ ਦੱਸੋ ਕਿ ਕਿੱਦਾਂ ਦੀਆਂ ਇਸ਼ੂਜ਼ ਜਿਹੜੇ ਆ ਉਹ ਖੜੇ ਹੋ ਸਕਦੇ ਜੇ ਵਿਲ ਨਹੀਂ ਹੈਗੀ, ਜਾਂ ਜਿਹੜਾ ਆ ਕਿ ਤੁਹਾਡਾ ਬੈਂਕ ਦੇ ਵਿੱਚ ਜਿਹੜਾ ਅਕਾਊਂਟ ਹੈਗਾ ਉਹਦਾ ਬੈਨੀਫਿਸ਼ਰੀ ਨਹੀਂ ਜੇ ਤੁਸੀਂ ਅਪੁਆਇੰਟ ਕੀਤਾ, ਅਤੇ ਉਹਦੇ ਕੀ ਨਤੀਜੇ ਹੋ ਸਕਦੇ ਆ? ਹਾਂਜੀ ਬਿਲਕੁਲ, ਹੁਣ ਜਿੱਦਾਂ ਸਾਰਿਆਂ ਨੂੰ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਮੇਰੀ ਜਿਹੜੀ ਬੈਕਗਰਾਊਂਡ ਉਹ ਬੈਂਕਿੰਗ ਤੋਂ ਰਹੀ ਆ। ਸੋ ਜੇ ਸਿੰਪਲ ਕੇਸ ਦੇਖਿਆ ਜਾਵੇ, ਕਈ ਵਾਰ ਸਾਡੇ ਕੋਲ ਇੱਦਾਂ ਹੁੰਦਾ ਸੀਗਾ ਵੀ ਕਲਾਇੰਟ ਦੀ ਡੈਥ ਹੋ ਗਈ ਹੈ ਅਤੇ ਫਿਰ ਕੋਈ ਵਾਈਫ ਕਲਾਇੰਟ ਦੀ ਆਈ, ਜਾਂ ਫਿਰ ਹਸਬੈਂਡ ਵਾਈਸ ਵਰਸਾ ਆ ਜਾਂਦੇ ਆ। ਕੋਈ ਪੁਰਾਣੀ ਸਟੇਟਮੈਂਟ ਉਹਨਾਂ ਨੂੰ ਕਿਤੇ ਘਰੋਂ ਸਫਾਈ ਕਰਦੇ ਲੱਭ ਜਾਂਦੀ ਹੈ ਅਤੇ ਆ ਕੇ ਕਹਿੰਦੇ ਆਈ ਥਿੰਕ ਮੇਰੇ ਹਸਬੈਂਡ ਦਾ ਇੱਥੇ ਅਕਾਊਂਟ ਹੈਗਾ, ਆਈ ਥਿੰਕ ਮੇਰੀ ਵਾਈਫ ਦਾ ਇੱਥੇ ਅਕਾਊਂਟ ਹੈਗਾ ਆ। ਸੋ ਕਿਉਂਕਿ ਜੇ ਘਰ ਦੇ ਵਿੱਚ ਜਿਹੜਾ ਘਰ ਦਾ ਮੁਖੀਆ ਆ ਜਾਂ ਬ੍ਰੈਡ ਵਿਨਰ ਆ, ਉਹੀ ਬਾਹਰਲੀਆਂ ਚੀਜ਼ਾਂ ਹੈਂਡਲ ਕਰਦਾ ਹੈ, ਅਤੇ ਕਈ ਵਾਰ ਤੁਹਾਡੇ ਸਪਾਊਸ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਡੇ ਅਕਾਊਂਟਸ ਕਿੱਥੇ ਨੇ ਜਾਂ ਕਿੱਦਾਂ ਸੈਟਅਪ ਹੋਏ ਆ। ਸੋ ਕਈ ਵਾਰ ਇਹ ਵੀ ਦੇਖਣ 'ਚ ਆਇਆ ਵੀ ਉਹਦੇ ਵਿੱਚ ਪ੍ਰੋਪਰ ਬੈਨੀਫਿਸ਼ਰੀ ਨਹੀਂ ਸੀਗੇ। ਹੁਣ ਕਈ ਸਿਨੈਰੀਓਜ਼ ਅਸੀਂ ਦੇਖੇ ਕਿ ਮਨੀ ਹੈਗੀ ਅਕਾਊਂਟ ਦੇ ਵਿੱਚ ਪਰ ਬੈਨੀਫਿਸ਼ਰੀ ਨਹੀਂ ਹੈਗਾ। ਸੋ ਫੈਮਿਲੀ ਨੂੰ ਫਿਰ ਕੋਰਟ ਡਾਕੂਮੈਂਟ ਲਿਆਉਣਾ ਜਾਂ ਫਿਰ ਹੋਰ ਜਿਹੜੇ ਲੀਗਲ ਡਾਕੂਮੈਂਟਸ ਲਿਆ ਕੇ ਹੈਸਲ ਹੁੰਦੀ ਸੀ ਕਿ ਕਈ ਵਾਰ ਮਹੀਨੋਂ ਵੀ ਨਿਕਲ ਜਾਂਦੇ ਸੀ ਉਹ ਮਨੀ ਨੂੰ ਉਹਨਾਂ ਨੂੰ ਟੱਚ ਕਰਨ ਨੂੰ। ਸੋ ਤੁਸੀਂ ਇਹ ਦੇਖੋ ਵੀ ਜੇ ਕਿਸੇ ਫੈਮਿਲੀ ਕੋਲ ਉਹੀ ਇੱਕੋ ਹੀ ਅਕਾਊਂਟ ਹੈ, ਦੂਸਰੇ ਪਾਸੇ ਘਰ ਦਾ ਬ੍ਰੈਡ ਵਿਨਰ ਚਲਿਆ ਗਿਆ ਅਤੇ ਉਹਦੇ ਵਿੱਚ ਪ੍ਰੋਪਰ ਬੈਨੀਫਿਸ਼ਰੀ ਤੁਸੀਂ ਅਸਾਈਨ ਨਹੀਂ ਕੀਤਾ ਹੋਇਆ, ਅਤੇ ਫੈਮਿਲੀ ਨੂੰ
ਮੰਥ 2 ਮੰਥ 3 ਮੰਥਸ ਲੱਗ ਗਏ ਉਹ ਮਨੀ ਨੂੰ ਟੱਚ ਕਰਨ ਨੂੰ, ਤੇ ਤੁਸੀਂ ਇਹ ਦੇਖੋ ਵੀ ਤੁਹਾਡੇ ਲਵਡ ਵਨ ਕਿਸ ਤਰੀਕੇ ਦੀ ਸਟ੍ਰੈਸ ਦੇ ਥਰੂ ਜਾ ਰਹੇ ਨੇ। ਜੀ ਬਿਲਕੁਲ, ਇਹ ਬਹੁਤ ਇੰਪੋਰਟੈਂਟ ਵਿਸ਼ਾ ਹੈਗਾ ਔਰ ਮੇਰਾ ਜਿਹੜਾ ਆਪਣੇ ਜਿਹੜੇ ਵੀ ਲਿਸਨਰਸ ਹੈਗੇ ਆ ਉਹਨਾਂ ਨੂੰ ਇਹ ਬਹੁਤ ਰਿਕੁਐਸਟ ਹੈਗੀ ਆ ਕਿ ਬੜੇ ਧਿਆਨ ਦੇ ਨਾਲ ਇਹ ਚੀਜ਼ਾਂ ਸੁਣੋ। ਜੋਤੀ ਆਪਣਾ ਸਮਾਂ ਹੋ ਗਿਆ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਛੋਟੀ ਜਿਹੀ ਬ੍ਰੇਕ ਲੈਣ ਤੋਂ ਬਾਅਦ ਆਪਾਂ ਫਿਰ ਵਾਪਸ ਆਉਂਦੇ ਹਾਂ ਅਤੇ ਇਸੇ ਹੀ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਇਹਦੇ ਬਾਰੇ ਦੇ ਵਿੱਚ ਹੋਰ ਜਿਹੜੀ ਡੀਟੇਲ ਦੇ ਵਿੱਚ ਜਾਣਕਾਰੀ ਆ ਉਹ ਲੈਂਦੇ ਹਾਂ। ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਸਵਾਗਤ ਆ ਜੀ ਤੁਹਾਡਾ ਬ੍ਰੇਕ ਤੋਂ ਬਾਅਦ। ਤੇ ਜਿੱਥੇ ਆਪਾਂ ਬ੍ਰੇਕ ਲਈ ਸੀ ਉੱਥੇ ਆਪਾਂ ਗੱਲਬਾਤ ਕਰ ਰਹੇ ਸੀਗੇ ਵਿਲ ਦੇ ਬਾਰੇ 'ਚ, ਵਸੀਅਤ ਦੇ ਬਾਰੇ 'ਚ। ਬੜਾ ਹੀ ਸੈਂਸਿਟਿਵ ਤੇ ਇੰਪੋਰਟੈਂਟ ਮੁੱਦਾ ਹੈਗਾ। ਹਰ ਗੱਲ ਹੁੰਦੀ ਆ, ਹਰ ਪਾਸੇ ਚੀਜ਼ ਹੁੰਦੀ ਆ ਕਿ ਇੰਸ਼ੋਰੈਂਸ ਲੈਣੀ ਚਾਹੀਦੀ ਆ, ਲਾਈਫ ਇੰਸ਼ੋਰੈਂਸ ਚਾਹੀਦੀ ਆ, ਪ੍ਰੋਪਰਟੀ, ਮਨੀ, ਸਭ ਕੁਛ ਹੁੰਦਾ ਹੈ। ਪਰ ਉਸ ਸਾਰੇ ਪੈਸੇ ਨੂੰ ਮੈਨੇਜ ਕਰਨਾ, ਉਸ ਸਾਰੀ ਪ੍ਰੋਪਰਟੀਜ਼ ਨੂੰ ਮੈਨੇਜ ਕਰਨਾ, ਡਿਸਟਰੀਬਿਊਸ਼ਨ ਕਰਨੀ ਬੰਦੇ ਕਿਸੇ ਦੀ ਡੈਥ ਤੋਂ ਬਾਅਦ, ਉਹ ਜਿਹੜਾ ਬਹੁਤ ਇੰਪੋਰਟੈਂਟ ਕੰਮ ਹੋ ਜਾਂਦਾ ਹੈ। ਜਿੱਥੇ ਆਪਾਂ ਜੋ ਪਿੱਛੇ ਛੱਡਿਆ ਸੀਗਾ ਕਿ ਆਪਾਂ ਕੌਨਸੀਕੁਐਂਸਿਸ ਲੈ ਰਹੇ ਸੀਗੇ ਕਿ ਜਿੱਥੇ ਪ੍ਰੋਪਰ ਵਿਲ ਨਹੀਂ ਹੈਗੀ ਉਹਦੇ ਕੌਨਸੀਕੁਐਂਸਿਸ, ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਇੱਥੇ ਜਾਣਨਾ ਕਿ ਜਿਹੜੀ ਕੌਨਸੀਕੁਐਂਸਿਸ ਆ ਉਹਦੇ ਵਿੱਚ ਜਿਹੜੇ ਮਾਈਨਰਸ ਜੇ ਇਨਵੋਲਵ ਹੈਗੇ ਆ ਅਤੇ ਕੌਨਸੀਕੁਐਂਸਿਸ ਦਾ ਜਿਹੜੀ ਮਤਲਬ ਕਿ ਬਹੁਤ ਵੱਧ ਜਾਂਦੇ ਆ, ਹੋਰ ਜ਼ਿਆਦਾ ਵੱਡੇ ਹੋ ਜਾਂਦੇ ਕਿਉਂਕਿ ਮਾਈਨਰਸ ਇਨਵੋਲਵ ਹੈਗੇ ਆ। ਹਾਂਜੀ, ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਭਾਜੀ ਕਿ ਇਹ ਬਹੁਤ ਹੀ ਸੈਂਸਿਟਿਵ ਕਈ ਵਾਰ ਇਹ ਮੈਟਰ ਬਣ ਜਾਂਦਾ ਆ। ਕਈ ਵਾਰ ਆਪਾਂ ਦੇਖਦੇ ਹਾਂ ਕਿ ਯੰਗ ਪੇਰੈਂਟਸ ਦੀ ਕੋਈ ਰੱਬ ਨਾ ਕਰੇ ਐਕਸੀਡੈਂਟ ਦੇ ਵਿੱਚ ਕੋਈ ਡੈਥ ਹੋ ਜਾਂਦੀ ਆ, ਮਾਈਨਰਸ ਨੇ ਬੱਚੇ ਜੀ। ਸੋ ਜੇ ਆਪਾਂ ਨੇ ਵਿਲ ਦੇ ਵਿੱਚ ਨਹੀਂ ਜਾਂ ਵਿਲ ਹੀ ਨਹੀਂ ਬਣਾਈ ਹੋਈ ਅਤੇ ਫਿਰ ਜਿਹੜੀ ਉਹਨਾਂ ਦੀ ਗਾਰਡੀਅਨਸ਼ਿਪ ਆ ਬੱਚਿਆਂ ਦੀ, ਜੇ ਮਾਈਨਰ ਨੇ, ਉਹ ਕੋਰਟ ਉਹਨਾਂ ਨੂੰ ਵੀ ਅਸਾਈਨ ਕਰ ਦਿੰਦੀ ਹੈ ਜਿਨ੍ਹਾਂ ਨੂੰ ਆਪਣੀ ਕਦੇ ਵਿਸ਼ ਨਾ ਰਹੀ ਹੋਵੇ ਵੀ ਬੱਚੇ ਉਹਨਾਂ ਨੂੰ ਅਸਾਈਨ ਕਰਨ। ਸੋ ਇਹ ਤੁਸੀਂ ਆਪਾਂ ਸੋਚ ਕੇ ਹੀ ਆਪਾਂ ਨੂੰ ਇੱਕ ਬੜਾ ਹੀ ਜਿੱਦਾਂ ਬਹੁਤ ਲੱਗਦਾ ਹੈ ਕਿ ਓ ਮਾਈ ਗਾਡ ਬਈ ਇਹ ਜੇ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ। ਨਹੀਂ, ਲੱਗਣਾ ਵੀ ਚਾਹੀਦਾ ਜੋਤੀ। ਮਤਲਬ ਕਿ ਤੁਸੀਂ ਅੱਜ ਜੇ ਕਿਸੇ ਦੇ ਨਾਲ ਗੈਟ ਟੂਗੈਦਰ ਨਹੀਂ ਹੋ ਰਹੇ ਅਤੇ ਤੁਹਾਡੇ ਮਰਨ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਬਾਗਡੋਰ ਉਹਦੇ ਹੱਥ 'ਚ ਚਲੀ ਜਾਵੇ ਅਤੇ ਇਹ ਤੋਂ ਵੱਡੀ ਹੋਰ ਕਿਹੜੀ ਸਦਮੇ ਵਾਲੀ ਗੱਲ ਹੋ ਸਕਦੀ ਹੈ। ਐਗਜ਼ੈਕਟਲੀ। ਅਤੇ ਦੂਸਰਾ ਜਿਹੜਾ ਹੈਗਾ ਆ ਅਨਦਰ ਸੈਂਸਿਟਿਵ ਮੈਟਰ ਇਹਦੇ ਵਿੱਚ, ਜਿਹੜੇ ਤੁਹਾਡੇ ਐਸਟ ਆ ਉਹ ਫਰੀਜ਼ ਹੋ ਜਾਂਦੇ ਜਦ ਤੱਕ ਸਟੇਟ ਸੈਟਲ ਨਹੀਂ ਹੁੰਦੀ। ਹੁਣ ਤੁਸੀਂ ਇਹ ਦੇਖੋ ਵੀ ਜੇ ਇੱਕੋ ਹੀ ਬੰਦਾ ਘਰ ਦੇ ਵਿੱਚ ਕਮਾਉਣ ਵਾਲਾ ਆ, ਕੋਈ ਇੱਦਾਂ ਦੀ ਚੀਜ਼ ਹੋ ਜਾਂਦੀ ਹੈ, ਵਿਲ ਨਹੀਂ ਬਣਾਈ ਹੋਈ, ਹੁਣ ਫੈਮਿਲੀ ਫਾਈਨੈਂਸ਼ੀਅਲ ਸਟਰੈਸ ਹੈਂਡਲ ਕਰੇ ਜਾਂ ਫਿਰ ਇਮੋਸ਼ਨਲ ਸਟਰੈਸ ਹੈਂਡਲ ਕਰੇ ਜੀ। ਜੇ ਆਪਾਂ ਜਿਉਂਦੇ ਜਾਗਦੇ ਇੱਕ ਵਿਲ ਬਣਾ ਕੇ ਚਲੇ ਜਾਂਦੇ, ਐਟਲੀਸਟ ਆਪਾਂ ਫੈਮਿਲੀ ਨੂੰ ਇੱਕ ਫਾਈਨੈਂਸ਼ੀਅਲ ਸਟਰੈਸ ਤੋਂ ਦੂਰ ਕਰ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਟਾਈਮ ਮਿਲੇ ਇੱਕ ਗਰੀਫ ਕਰਨ ਦਾ ਜਾਂ ਇਮੋਸ਼ਨਲ ਸਟਰੈਸ ਨੂੰ ਹੈਂਡਲ ਕਰਨ ਦਾ। ਔਰ ਇੱਥੇ ਜੋਤੀ ਮੈਨੂੰ ਇੱਕ ਨੈਕਸਟ ਆਪਣੇ ਐਪੀਸੋਡ ਦਾ ਸਬਜੈਕਟ ਵੀ ਜਿਹੜਾ ਮਿਲ ਗਿਆ, ਸਟੇਟ ਪਲੈਨਿੰਗ, ਕਿਉਂਕਿ ਸਟੇਟ ਦਾ ਨਾਮ ਬਹੁਤ ਵਾਰੀ ਆਉਂਦਾ ਆ ਅਤੇ ਕਈ ਵਾਰੀ ਸਟੇਟ ESTATE ਸਟੇਟ ਦੀ ਬਜਾਏ ਸਟੇਟ STATE ਸਮਝ ਲਿਆ ਜਾਂਦਾ ਕਿ ਸ਼ਾਇਦ ਹੋ ਸਕਦਾ ਸਾਡੀ ਸਟੇਟ ਨੇ ਇਹਦੇ ਵਿੱਚ ਹਿੱਸਾ ਲੈਣਾ, ਕੁਛ ਹੋਣਾ ਆ। ਸੋ ਸਟੇਟ ਨਹੀਂ, ਸਟੇਟ ਪਲੈਨਿੰਗ ਜਿਹੜੀ ਆ ਉਹਦੇ ਉੱਤੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਪੀਸੋਡ ਜ਼ਰੂਰ ਕਰਾਂਗੇ ਕਿ ਸਟੇਟ ਪਲੈਨਿੰਗ ਕੀ ਹੁੰਦੀ ਆ। ਸੋ ਹੁਣ ਇਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਹੈਗਾ ਉਹ ਇਹ ਬੜਾ ਇੰਪੋਰਟੈਂਟ ਹੈਗਾ, ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਮੈਂ ਸ਼ਾਇਦ ਹੋ ਸਕਦਾ ਹਰ ਜਿਹੜੀ ਗਰੀਵਿੰਗ ਫੈਮਿਲੀ ਆ ਜਿੱਥੇ ਵੀ ਗਿਆ ਆ ਉੱਥੇ ਇਹ ਕੁਐਸਚਨ ਮੈਨੂੰ ਸੁਣਨ ਨੂੰ ਮਿਲਿਆ ਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਰਦੇ ਕੀ ਆ, ਸਾਨੂੰ ਤਾਂ ਪਤਾ ਹੀ ਨਹੀਂ ਪੇਪਰ ਕਿੱਥੇ ਆ, ਉਹਦਾ ਹਿਸਾਬ ਕਿਤਾਬ ਨਹੀਂ ਪਤਾ, ਸਾਨੂੰ ਨਹੀਂ ਪਤਾ ਕਿਹਦੇ ਕੋਲ ਕੀ ਲੈਣਾ, ਕੀ ਦੇਣਾ, ਕਿੱਥੇ ਪੇਮੈਂਟ ਜਾਣੀ, ਕਿੱਥੇ ਕੀ ਜਾਣਾ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਬਹੁਤ ਹੀ ਜ਼ਿਆਦੀਆਂ ਕਾਮਨ ਹੈਗੀਆਂ ਸਾਡੀ ਕਮਿਊਨਿਟੀ 'ਚ। ਸੋ ਜੇ ਆਪਾਂ ਗੱਲ ਕਰੀਏ ਵੀ ਵਿਲ ਦੇ ਨਾਲ ਜਿਹੜੇ ਇਹ ਚੀਜ਼ਾਂ ਹੈਗੀਆਂ ਇਹਨਾਂ ਨੂੰ ਵੀ ਸੇਫਟੀ ਦੇ ਨਾਲ ਰੱਖਣ ਦਾ ਜਿਹੜਾ ਤਰੀਕਾ ਹੈਗਾ। ਹਾਂਜੀ ਬਿਲਕੁਲ, ਜਿੱਦਾਂ ਹੁਣ ਆਪਾਂ ਚਲੋ ਵਿਲ ਤਾਂ ਬਣਾ ਲਈ ਹੈ, ਵਿਲ ਦੇ ਵਿੱਚ ਆਪਾਂ ਸਾਰਾ ਕੁਛ ਲੇ ਆਊਟ ਕਰਤਾ ਹੈ ਵੀ ਇਨ ਕੇਸ ਜੇ ਮੇਰੀ ਡੈਥ ਹੋ ਜਾਂਦੀ ਹੈ ਮੇਰੇ ਤੋਂ ਬਾਅਦ ਵਿੱਚ ਆਹ ਪ੍ਰੋਪਰਟੀ ਕਿਹਨੂੰ ਜਾਣੀ ਹੈ, ਕਿਹੜਾ ਹਿੱਸਾ ਕਿਹਨੂੰ ਜਾਣਾ ਆ। ਹੁਣ ਜਿਹੜੇ ਆਪਣੇ ਖੁਦ ਦੇ ਇੰਪੋਰਟੈਂਟ ਡਾਕੂਮੈਂਟ ਨੇ
ਉਹਦਾ ਵੀ ਇੱਕ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਦੀ ਵੀ ਫੈਮਿਲੀ ਨੂੰ ਲੋੜ ਪੈਣੀ ਆ। ਸੋ ਜਿੱਦਾਂ ਕਿ ਜੇ ਆਪਾਂ ਕੋਈ ਟਰਸਟ ਬਣਾਈ ਹੋਈ ਆ, ਟਰਸਟ ਦੇ ਡਾਕੂਮੈਂਟ ਹੋ ਗਏ, ਜਾਂ ਫਿਰ ਕਿਹੜੇ ਐਸਟ 'ਤੇ ਕੌਣ ਪ੍ਰਾਇਮਰੀ ਬੈਨੀਫਿਸ਼ਰੀ ਆ, ਕੌਣ ਕੰਟਿੰਜੈਂਟ ਬੈਨੀਫਿਸ਼ਰੀ ਆ, ਜਾਂ ਫਿਰ ਤੁਹਾਡਾ CPA ਕੌਣ ਆ, ਤੁਹਾਡਾ ਸਟੇਟ ਟੈਕਸ ਅਟਰਨੀ ਕੌਣ ਹੈ, ਜਾਂ ਫਿਰ ਤੁਹਾਡੇ ਟੈਕਸ ਰਿਟਰਨਸ ਕਿੱਥੇ ਨੇ, ਜਾਂ ਫਿਰ ਤੁਹਾਡੀ ਜੇ ਕੋਈ ਰਿਟਾਇਰਮੈਂਟ ਡਾਕੂਮੈਂਟ ਆ, ਜਾਂ ਫਿਰ ਤੁਹਾਡੀ ਲਾਇਸੈਂਸਿਸ ਨੇ, ਜਾਂ ਫਿਰ ਤੁਸੀਂ ਜਿਹੜੀਆਂ ਪ੍ਰੋਪਰਟੀਜ਼ ਓਨ ਕਰਦੇ ਆ, ਜਾਂ ਫਿਰ I mean list goes on and on। ਤੁਹਾਡੇ ਬੈਂਕ ਸਟੇਟਮੈਂਟਸ ਨੇ, ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੋ ਗਈਆਂ, ਤੁਹਾਡੇ ਮੈਡੀਕਲ ਇੰਸ਼ੋਰੈਂਸਿਸ ਹੋ ਗਈਆਂ, ਜਾਂ ਫਿਰ ਰੀਸੈਂਟ ਮੋਰਗੇਜ ਸਟੇਟਮੈਂਟਸ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਪੈਣੀ ਆ। ਸੋ ਇਹਨਾਂ ਨੂੰ ਤੁਸੀਂ ਇੱਕ ਅੱਜ ਕੱਲ੍ਹ ਵਾਲਟ ਮਿਲ ਜਾਂਦਾ ਹੈ, ਵਰਚੁਅਲ ਵਾਲਟ। ਪਹਿਲਾਂ ਕੀ ਹੁੰਦਾ ਸੀ, ਆਪਾਂ ਸੇਫ ਡਿਪੋਜ਼ਿਟ ਬਾਕਸ ਲੈ ਲੈਂਦੇ ਸੀ ਬੈਂਕ ਦੇ ਵਿੱਚ ਜੀ। ਹੁਣ ਦੂਜੀ ਗੱਲ ਇਹ, ਜੇ ਸੇਫ ਡਿਪੋਜ਼ਿਟ ਬਾਕਸ ਲੈ ਲਿਆ ਆ ਪਰ ਆਪਾਂ ਉਹਦੇ 'ਤੇ ਬੈਨੀਫਿਸ਼ਰੀ ਨਹੀਂ ਬਣਾਇਆ, ਦੈਨ ਵੀ ਡੋਂਟ ਹੈਵ ਐਕਸੈਸ। ਇੱਥੇ ਹੁਣ ਕੀ ਹੈ, ਜਾਂ ਫਿਰ ਲੋਕੀ ਘਰੇ ਸੇਫ ਲੈ ਲੈਂਦੇ ਸੀਗੇ, ਪਰ ਉਹ ਵੀ ਸੇਫ ਦਾ ਕਈ ਵਾਰ ਉਹ ਵੀ ਹੈਸਲ ਹੈ ਨਾ। ਇਹ ਹੈਸਲ ਆ ਅੱਜ ਕੱਲ੍ਹ ਤਾਂ ਹੁਣ ਲੱਕੜ ਦੇ ਘਰ ਆ, ਮਿੰਟ 'ਚ ਅੱਗ ਲੱਗ ਜਾਂਦੀ ਆ, ਪਤਾ ਨਹੀਂ ਕਿਹੜੇ ਵੇਲੇ ਪੇਪਰ ਘਰ ਪਏ ਸੜ ਜਾਣੇ। ਸੋ ਹੁਣ ਅੱਜ ਕੱਲ੍ਹ ਕੀ ਚੱਲਦਾ ਹੈ ਕਿ ਤੁਸੀਂ ਇੱਕ ਵਰਚੁਅਲ ਵਾਲਟ ਲੈ ਲੈਂਦੇ ਹੋ। ਇਹ ਜਿੱਦਾਂ ਕਲਾਊਡ ਹੁੰਦਾ ਹੈ, ਆਈ ਕਲਾਊਡ ਹੋ ਜਾਂਦਾ, ਜਿੱਦਾਂ ਆਪਾਂ ਆਪਣੇ ਸੈੱਲ ਫੋਨ 'ਤੇ ਆਪਣੀਆਂ ਪਿਕਚਰਸ ਸਟੋਰ ਕਰ ਲੈਂਦੇ ਹਾਂ, ਹੈ ਨਾ। ਕੋਈ ਵੀ ਇੰਪੋਰਟੈਂਟ ਡਾਕੂਮੈਂਟ ਦੀ ਪਿਕਚਰ ਲੈ ਲੈ, ਇੱਦਾਂ ਹੀ ਇੱਕ ਵਰਚੁਅਲ ਵਾਲਟ ਮਿਲਦਾ ਹੈ, ਜਿਹੜਾ ਕਿ ਬਹੁਤ ਇਹਨੂੰ 7 ਲੇਅਰ ਸਿਕਿਉਰਡ ਕਹਿੰਦੇ ਆ, ਜਿਹੜਾ ਬੜਾ ਹੀ ਪ੍ਰੋਟੈਕਟਡ ਹੁੰਦਾ। ਉਹਦੇ ਵਿੱਚ ਆ ਜਿਹੜੀ ਮੈਂ ਲਿਸਟ ਕਹੀ ਹੈ, ਇਹ ਸਾਰੇ ਡਾਕੂਮੈਂਟਸ ਤੁਸੀਂ ਸਟੋਰ ਕਰ ਸਕਦੇ ਹੋ, ਅਤੇ ਐਨੀ ਡਾਕੂਮੈਂਟ ਯੂ ਕੈਨ ਸਕੈਨ ਇਨ ਦੇਅਰ। ਇਹ ਅਨਲਿਮਿਟਿਡ ਡਾਟਾ ਹੁੰਦਾ ਆ। ਹੁਣ ਤੁਹਾਡੀ ਫੈਮਿਲੀ ਨੂੰ ਪਤਾ ਹੈ ਵੀ ਅਸੀਂ ਇੱਥੇ ਸਾਰਾ ਕੁਝ ਸਾਨੂੰ ਲਿਸਟ ਮਿਲ ਜਾਣੀ ਹੈ, ਜਿਹੜੀ ਸਾਨੂੰ ਚਾਹੀਦੀ ਹੈ ਜੀ। ਬਿਲਕੁਲ, ਮੇਰੇ ਖਿਆਲ ਦੇ ਵਿੱਚ ਜੋਤੀ ਇਹ ਜਿਹੜੀ ਇੱਕ ਕਹਾਣੀ ਹੈਗੀ ਆ, ਵਿਲ ਦੀ ਗੱਲ ਕਿਉਂ ਨਹੀਂ ਚੱਲਦੀ, ਵਿਲ ਦੀ ਗੱਲ ਕਿਉਂ ਨਹੀਂ ਕਰਦਾ? ਕਿਉਂਕਿ ਹਰ ਇੱਕ ਬੰਦਾ ਸੋਚਦਾ ਯਾਰ ਜਦੋਂ ਮੈਂ ਵੰਡ ਵਡਾਈ ਦੀ ਗੱਲ ਅੱਜ ਹੀ ਸ਼ੁਰੂ ਕਰ ਲਈ, ਹੁਣ ਇਹ ਲੜਾਈ ਸ਼ੁਰੂ ਹੋ ਜਾਣੀ ਆ, ਉਹ ਲੜਾਈ ਨਾ ਪਵੇ ਇਸ ਕਰਕੇ ਆਪਾਂ ਵਿਲ ਦੇ ਬਾਰੇ 'ਚ ਗੱਲ ਨਹੀਂ ਕਰੀਦੀ। ਅਤੇ ਮੇਰੇ ਖਿਆਲ ਦੇ ਵਿੱਚ ਜੀਂਦੇ ਜੀ ਉਹ ਲੜਾਈ ਜਿਹੜੀ ਆ ਉਹ ਸਹਾਰ ਲੈਣੀ ਸੌਖੀ ਆ, ਬਜਾਏ ਕਿ ਮਰਨ ਤੋਂ ਬਾਅਦ ਜਿਹੜੀ ਖੇ ਖਰਾਬੀ ਕਹਿ ਦਿੰਦੇ ਹੋਣੀ ਆ, ਉਹਦੇ ਨਾਲੋਂ ਬੈਟਰ ਆ ਉਹ ਜੀਂਦੇ ਜੀ ਬੰਦਾ ਉਹਨੂੰ ਸੈਟਲ ਕਰ ਜਾਵੇ ਸਾਰਾ ਕੁਝ। ਹਾਂਜੀ, ਲੜਾਈ ਵੀ ਨਹੀਂ ਭਾਜੀ, ਇਹ ਇੱਕ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਆਪਣੇ ਐਸੈਟਸ ਜਿਹੜੇ ਆ, ਹੈ ਨਾ। ਨਹੀਂ ਬਿਲਕੁਲ ਆਰਗੇਨਾਈਜ਼ ਕਰ ਰਹੇ ਆ, ਪਰ ਜਿਨ੍ਹਾਂ ਲਈ ਆਰਗੇਨਾਈਜ਼ ਕਰ ਰਹੇ ਕਈ ਵਾਰੀ ਉਹ ਤੁਹਾਡੇ ਨਾਲ ਐਗਰੀ ਨਹੀਂ ਨਾ ਕਰਦੇ ਹੈਗੇ, ਠੀਕ ਹੈ ਨਾ। ਸੋ ਇਹ ਜ਼ਰੂਰੀ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੀ ਅੱਜ ਗੱਲ ਕੀਤੀ ਜਾਵੇ, ਕਿ ਆਪਾਂ ਆਪਣੇ ਧਰਮ ਦੇ ਮੁਤਾਬਿਕ ਵੀ ਆਪਾਂ ਇਹ ਗੱਲ ਕਹਿੰਦੇ ਆ ਵੀ ਜਿਹੜੀ ਮੌਤ ਆ ਉਹ ਇੱਕ ਆਉਣੀ ਆ, ਠੀਕ ਹੈ ਨਾ। ਉਹ ਇੱਕ ਨਾ ਮਤਲਬ ਕਿ ਉਹ ਇਹ ਹੈ ਨਹੀਂ ਕਿਸੇ ਨੂੰ ਮੌਤ ਨਹੀਂ ਆਉਣੀ, ਕੋਈ ਅਮਰ ਨਹੀਂ ਹੈਗਾ। ਸੋ ਹਰ ਇੱਕ ਨਾਲ ਇਹ ਹੋਣਾ, ਇਹ ਹਾਦਸਾ ਹਰ ਇੱਕ ਨਾਲ ਵਾਪਰਨਾ। ਬਿਲਕੁਲ ਅੱਜ ਵਾਪਰੇ, 4 ਮਤਲਬ ਕਿ ਮਹੀਨਿਆਂ ਬਾਅਦ ਵਾਪਰੇ, ਜਾਂ 4 ਸਾਲ ਬਾਅਦ, ਜਾਂ 10 ਸਾਲ ਬਾਅਦ, 20 ਸਾਲ ਬਾਅਦ, ਪਰ ਇਹ ਹੋਣੀ ਆ। ਪਰ ਉਸ ਚੀਜ਼ ਨੂੰ, ਇਹ ਚੀਜ਼ ਜਿਹੜੀ ਆ ਇਹਨੂੰ ਟੈਕਲ ਕਰਨਾ ਜ਼ਰੂਰੀ ਆ, ਉਹਦੇ ਬਾਰੇ 'ਚ ਗੱਲ ਕਰਨੀ ਜ਼ਰੂਰੀ ਆ। ਅਤੇ ਇਹ ਜਿਹੜੀ ਹੋਰ ਕੋਈ ਐਸਾ ਜਿਹੜਾ ਤੁਹਾਡੇ ਮਨ ਦੇ ਵਿੱਚ ਖਿਆਲ ਦੇ ਵਿੱਚ ਰਹਿ ਗਿਆ ਹੋਵੇ, ਕੋਈ ਹੋਰ ਜਿਹੜੀ ਚੀਜ਼ ਜਿਹੜੀ ਸ਼ੇਅਰ ਕਰਨ ਵਾਲੀ, ਕਿ ਵਿਲ ਦੇ ਨਾਲ ਇਹਦੇ ਜਾਂ ਕਰਨ ਦੇ, ਜਾਂ ਵਾਲਟ ਦੇ, ਜਾਂ ਕੋਈ ਵੀ ਇਹਦੇ ਮੁਤਾਬਿਕ ਕੋਈ ਗੱਲਬਾਤ ਸ਼ੇਅਰ ਕਰਨ ਨੂੰ ਰਹਿ ਗਈ ਹੋਵੇ? ਹਾਂਜੀ, ਵਾਲਟ ਦੇ ਵਿੱਚ ਹੁਣ ਤੁਸੀਂ ਜਿੱਦਾਂ ਮੈਂ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਬਈ ਤੁਸੀਂ ਸਿਰਫ ਉਸੇ ਬੰਦੇ ਦੇ ਪਰਸਨਲ ਡਾਕੂਮੈਂਟ ਹੀ ਸਟੋਰ ਕਰਨੇ ਆ, ਤੁਸੀਂ ਹੋਰ ਵੀ ਚੀਜ਼ਾਂ ਸਟੋਰ ਕਰ ਸਕਦੇ ਹੋ। ਜਿੱਦਾਂ ਜੇ ਤੁਹਾਡੇ ਕੋਲ ਕੋਈ ਬਾਹਰ ਬਿਜ਼ਨਸ ਹੈ, ਤੁਸੀਂ ਇਨਕੋਰਪੋਰੇਸ਼ਨ ਰਨ ਕਰਦੇ ਹੋ ਜੀ, ਅਤੇ ਘਰ ਦੇ ਤੁਹਾਡੇ ਸਪਾਊਸ ਨੂੰ ਨਹੀਂ ਪਤਾ ਉਹ ਬਿਜ਼ਨਸ ਕੀ ਆ, ਕਿੱਦਾਂ ਚੱਲਦਾ, ਕੌਣ ਪਾਰਟਨਰਸ ਨੇ, ਤੁਸੀਂ ਉਹ ਡਾਕੂਮੈਂਟਸ ਵੀ ਇਹਦੇ ਵਿੱਚ ਸਟੋਰ ਕਰ ਸਕਦੇ ਹੋ। ਜਿੱਦਾਂ ਵੀ ਸ਼ੇਅਰ ਹੋਲਡਰਸ ਕੌਣ ਨੇ, ਕਿਹਦੀ ਪਾਰਟਨਰਸ਼ਿਪ ਆ, ਜਾਂ ਫਿਰ ਪ੍ਰੋਪਰਟੀ ਆਪਣੀ ਆ ਕਿ ਨਹੀਂ ਹੈ, ਲੀਸ ਹੈਗੀ ਆ। ਸੋ ਯੂ ਕੈਨ ਸਟੋਰ ਐਨੀਥਿੰਗ। ਤੁਹਾਡੀ ਜਿੰਨੇ ਜ਼ਿਆਦਾ ਤੁਸੀਂ ਆਰਗੇਨਾਈਜ਼ ਜਾਂ ਜਿੰਨੇ ਜ਼ਿਆਦਾ ਡਾਕੂਮੈਂਟ ਉਹਦੇ ਵਿੱਚ ਆਪਣੇ ਸਕੈਨ ਕਰਕੇ ਰੱਖੋਗੇ, ਓਨੀ ਹੀ ਤੁਹਾਡੇ ਲਵਡ ਵਨ ਦੀ ਜਿਹੜੀ ਲਾਈਫ ਆ ਉਹ ਸੌਖੀ ਹੋਊਗੀ ਬਾਅਦ 'ਚ। ਸੋ ਬਿਲਕੁਲ ਜੋਤੀ, ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਸੀਗੀ, ਔਰ ਬਹੁਤ ਵਧੀਆ। ਔਰ ਇਹ ਮੈਨੂੰ ਇੱਕ ਹੋਰ ਚੀਜ਼, ਆਪਾਂ ਰੈਪ ਅਪ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆ ਗਈ ਸੀ, ਕਿ ਇਹ ਬਹੁਤ ਔਖੀ ਹੈ ਬਣਾਉਣੀ। ਮਤਲਬ ਕਿ ਜਿੱਡੀ ਵੱਡੀ ਆਪਾਂ ਇਹ ਗੱਲ ਆ, ਜਿਹੜਾ ਵੱਡਾ ਮੁੱਦਾ ਆ, ਉਹਦੇ ਅਕੋਰਡਿੰਗਲੀ ਕੀ ਇਹ ਬਹੁਤ ਔਖੀ ਹੈ ਬਣਾਉਣੀ? ਨਹੀਂ ਭਾਜੀ, ਜਿੱਦਾਂ ਹੁਣ ਆਪਾਂ ਪਿਛਲੀ ਵਾਰ ਗੱਲ ਕੀਤੀ ਸੀਗੀ ਲਾਈਫ ਇੰਸ਼ੋਰੈਂਸ ਬਾਰੇ, ਕਿ ਹੁਣ ਸਾਰੇ ਜਿਹੜੇ ਪ੍ਰੋਡਕਟਸ ਹੈ ਨਾ ਉਹ ਅਪਗ੍ਰੇਡ ਹੋ ਕੇ ਕਨਵੀਨੀਅੰਸ 'ਚ ਬਦਲ ਗਏ ਆ, ਥੋੜ੍ਹੇ ਈਜ਼ੀ ਕਰਤੇ ਆ। ਸੇਮ ਤਰੀਕੇ ਨਾਲ ਤੁਸੀਂ ਵਿਲ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਜੇ ਤੁਹਾਡੇ ਕੋਲ ਅਟਰਨੀ ਹੈ, ਤੁਹਾਡੇ ਕੋਲ ਤੁਹਾਡਾ CPA ਹੈ, ਅਕਾਊਂਟੈਂਟ ਆ, ਜਾਂ ਤੁਹਾਡਾ ਫਾਈਨੈਂਸ਼ੀਅਲ ਐਡਵਾਈਜ਼ਰ ਆ, ਜਾਂ ਫਾਈਨੈਂਸ਼ੀਅਲ ਕੰਸਲਟੈਂਟ ਆ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਪੈਰਾ ਲੀਗਲ ਆ। ਸੋ ਬੜਾ ਹੀ ਸਿੰਪਲ ਪ੍ਰੋਸੈਸ ਆ, ਅਤੇ ਤੁਸੀਂ ਐਟਲੀਸਟ ਯੂ ਸ਼ੁਡ ਹੈਵ ਸਮਥਿੰਗ ਇਨ ਪਲੇਸ। ਕੁਛ ਨਾ ਕੁਛ ਤਾਂ ਜ਼ਰੂਰੀ ਆ।
ਸੋ ਬਿਲਕੁਲ ਜੀ, ਇਹ ਜਿਹੜਾ ਐਪੀਸੋਡ ਸੀਗਾ ਇਹ ਵਿਲ ਦੇ ਬਾਰੇ, ਵਸੀਅਤ ਦੇ ਬਾਰੇ ਸੀਗਾ, ਔਰ ਵਸੀਅਤ ਦੇ ਬਾਰੇ ਡੀਟੇਲ ਜਾਣਕਾਰੀ ਜਿਹੜੀ ਆਪਾਂ ਜੋਤੀ ਹੁਣਾਂ ਕੋਲ ਲਈ। ਅਤੇ ਮੈਂ ਅੱਜ ਇਸ ਵੇਲੇ ਆਹ ਐਪੀਸੋਡ ਜਿਹੜਾ ਰੈਪ ਅਪ ਕਰਨ ਦੇ ਵੇਲੇ ਮੈਂ ਆਪਣੇ ਜਿਹੜੇ ਲਿਸਨਰਸ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਬਹੁਤ ਹੀ ਜ਼ੋਰ ਦੇ ਕੇ ਪੁੱਛਣੀ ਚਾਹੁੰਦਾ ਹਾਂ ਕਿ ਕੀ ਤੁਹਾਡੀ ਵਿਲ ਆਲਰੇਡੀ ਰੈਡੀ ਹੈਗੀ ਆ? ਕੀ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਲਵਡ ਵਨਸ ਆ ਉਹ ਤੁਹਾਡੇ ਜਾਣ ਤੋਂ ਬਾਅਦ ਇਹਨਾਂ ਤੰਗੀਆਂ ਤਕਲੀਫਾਂ ਦੇ ਵਿੱਚੋਂ ਨਾ ਨਿਕਲਣ? ਸੋ ਪਲੀਜ਼, ਜੇ ਤੁਸੀਂ ਅਜੇ ਤੱਕ ਵੀ ਵਿਲ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂ ਨਹੀਂ ਬਣਾਈ, ਤੇ ਅੱਜ ਹੀ ਜਿਹੜੇ ਆਪਣੇ CPA ਹੈਗੇ ਆ, ਚਾਹੇ ਅਟਰਨੀ ਆ, ਚਾਹੇ ਫਾਈਨੈਂਸ਼ੀਅਲ ਐਡਵਾਈਜ਼ਰ ਆ, ਤੁਸੀਂ ਜੋਤੀ ਹੁਣਾਂ ਨੂੰ ਵੀ ਕਾਲ ਕਰ ਸਕਦੇ ਜੇ ਤੁਸੀਂ ਫੀਲ ਕੰਫਰਟੇਬਲ ਕਰਦੇ ਆ। ਸੋ ਇਹ ਜਿਹੜੀ ਆ ਇਹ ਗੱਲ ਕਰਕੇ ਅੱਜ ਹੀ ਤੁਸੀਂ ਇਹ ਜਿਹੜੀ ਆਪਣੀ ਵਿਲ ਆ ਇਹ ਜ਼ਰੂਰ ਪ੍ਰਿਪੇਅਰ ਕਰੋ, ਜ਼ਰੂਰ ਇਹਦੀ ਤਿਆਰੀ ਕਰੋ। ਅਤੇ ਇਹਦੇ ਨਾਲ ਹੀ ਜੋਤੀ ਆਪਾਂ ਇਹ ਜਿਹੜਾ ਐਪੀਸੋਡ ਅੱਜ ਦਾ ਖ਼ਤਮ ਕਰਨ ਦੀ ਇਜਾਜ਼ਤ ਮੰਗਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੋਂ ਅਸੀਂ ਜਿਹੜੇ ਵਧੀਆ ਤੋਂ ਵਧੀਆ ਐਪੀਸੋਡ, ਵਧੀਆ ਤੋਂ ਵਧੀਆ ਜਿਹੜੀਆਂ ਟਾਕਸ ਹੈਗੀਆਂ ਉਹ ਲੈ ਕੇ ਆਵਾਂਗੇ ਤੁਹਾਡੇ ਲਈ। ਤੁਸੀਂ ਜੇ ਸਾਡੇ ਤਾਈਂ ਪਹੁੰਚ ਕਰਨੀ ਹੈ ਤਾਂ ਸਾਡਾ ਫ਼ੋਨ ਨੰਬਰ 5597018000 ਜਾਂ ਸਾਨੂੰ ਤੁਸੀਂ info@ramantilloshow.com ਦੇ ਉੱਤੇ ਪਹੁੰਚ ਕਰ ਸਕਦੇ ਹਾਂ। ਇਹਦੇ ਨਾਲ ਹੀ ਜੋਤੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਹਾਂਜੀ, ਥੈਂਕ ਯੂ ਸੋ ਮਚ ਭਾਜੀ। ਤੁਸੀਂ ਮੈਨੂੰ ਆਪਣੇ ਸਟੂਡੀਓ 'ਚ ਆਉਣ ਦਾ ਮੌਕਾ ਦਿੱਤਾ ਅਤੇ ਆਪਣੀ ਕਮਿਊਨਿਟੀ ਨੂੰ ਇੱਕ ਵਾਰ ਫੇਰ ਐਜੂਕੇਟ ਕਰਨ ਦਾ ਮੌਕਾ ਦਿੱਤਾ। ਅਤੇ ਮੈਂ ਵੀ ਆਪਣਾ ਫ਼ੋਨ ਨੰਬਰ ਛੱਡ ਦਿੰਦੀ ਹਾਂ ਜੀ, 5596232359। ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। Low discounts, fuel, tires, dispatching services, ELDs, factoring, workers compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantilloshow.com ਤੇ ਕੰਟੈਕਟ ਕਰੋ।